ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਪਰਮੇਸ਼ਰ ਦੇ ਵਚਨ ਨੂੰ ਪੇਸ਼ ਕਰਨ ਦਾ ਮੌਕਾ ਦਿੱਤਾ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਤਲਾਕ ਅਤੇ ਦੂਜੇ ਵਿਆਹ ਦੇ ਉੱਤੇ ਗੌਰ ਕਰ ਰਹੇ ਸੀ। ਦੋਸਤੋ, ਉਮੀਦ ਹੈ ਕਿ ਇਸ ਪ੍ਰੋਗਰਾਮ ਤੋਂ ਤੁਹਾਨੂੰ ਬੜਾ ਲਾਭ ਪ੍ਰਾਪਤ ਹੋਇਆ ਹੋਵੇਗਾ। ਅੱਜ ਅਸੀਂ ਇੱਕ ਹੋਰ ਨਵੇਂ ਵਿਸ਼ੇ ਦੇ ਉੱਤੇ ਅਧਿਐਨ ਕਰਨ ਜਾ ਰਹੇ ਹਾਂ, ਜੋ ਕਿ ਮੱਤੀ ਦੀ ਅੰਜੀਲ ਉਸ ਦੇ 5 ਅਧਿਆਏ ਦੀ 33 ਆਇਤ ਤੋਂ ਲੈ ਕੇ 37 ਆਇਤ ਦੇ ਵਚਨਾਂ ਦੇ ਵਿੱਚ ਮਿਲਦਾ ਹੈ। ਫਿਰ ਤੁਸੀਂ ਸੁਣਿਆ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ ਭਈ ਤੂੰ ਝੂਠੀ ਸਹੁੰ ਨਾ ਖਾ, ਪਰ ਪ੍ਰਭੂ ਦੇ ਲਈ ਆਪਣੀਆਂ ਸਹੁੰਆਂ ਨੂੰ ਪੂਰਿਆ ਕਰ। ਪਰ ਮੈਂ ਤੁਹਾਨੂੰ ਆਖਦਾ ਹਾਂ ਭਾਈ, ਕਦੇ ਵੀ ਸਹੁੰ ਨਹੀਂ ਖਾਣੀ, ਨਾ ਆਕਾਸ਼ ਦੀ, ਇਸ ਲਈ ਜੋ ਉਹ ਪਰਮੇਸ਼ਰ ਦਾ ਸਿੰਘਾਸਨ ਹੈ, ਅਤੇ ਨਾ ਧਰਤੀ ਦੀ, ਇਸ ਲਈ ਕਿ ਉਹ ਉਸਦੇ ਚਰਨਾਂ ਦੀ ਚੌਂਕੀ ਹੈ, ਅਤੇ ਨਾ ਯਰੂਸ਼ਲਮ ਦੀ, ਇਸ ਲਈ ਜੋ ਉਹ ਮਹਾਰਾਜ ਦਾ ਸ਼ਹਿਰ ਹੈ, ਅਤੇ ਨਾ ਆਪਣੇ ਸਿਰ ਦੀ ਸਹੁੰ ਖਾਓ, ਕਿਉਂ ਜੋ ਤੂੰ ਇੱਕ ਵਾਲ ਨੂੰ ਧੋਲਾ ਜਾਂ ਕਾਲਾ ਨਹੀਂ ਕਰ ਸਕਦਾ, ਪਰ ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ। ਜੋ ਕੁਝ ਇਹਨਾਂ ਤੋਂ ਵੱਧ ਹੁੰਦਾ ਹੈ ਸੋ ਬਦੀ ਤੋਂ ਹੁੰਦਾ ਹੈ। ਦੋਸਤੋ, ਸਾਡੇ ਅੱਜ ਦੇ ਅਧਿਐਨ ਦਾ ਵਿਸ਼ੇ ਪ੍ਰਭੂ ਯਿਸੂ ਮਸੀਹ ਜੀ ਦੇ ਪਹਾੜੀ ਉਪਦੇਸ਼ ਝੂਠੀ ਸਹੁੰ ਨਾ ਖਾਣ ਦੇ ਉੱਤੇ ਹੈ। ਇਸ ਵਿਸ਼ੇ ਦੀ ਰੂਪਰੇਖਾ ਇਸ ਤਰ੍ਹਾਂ ਹੈ। ਨੰਬਰ 1, ਪਾਪਮਈ 2 ਰੰਗਨੀਤੀ, ਅਤੇ ਨੰਬਰ 2, ਸਰਲ ਇਮਾਨਦਾਰੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਕਰਦਾ ਹਾਂ। ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ ਹੋਵੇਗੀ। ਨੰਬਰ 1, ਪਾਪਮਈ 2 ਰੰਗਨੀਤੀ। ਨੰਬਰ 2, ਸਰਲ ਇਮਾਨਦਾਰੀ। ਭਾਗ ਊੜਾ, ਸਾਨੂੰ ਕਲੀਸਿਆ ਵਿੱਚ ਇਮਾਨਦਾਰੀ ਦੀ ਲੋੜ ਹੈ। ਭਾਗ ਐੜਾ, ਸਾਨੂੰ ਆਪਣੇ ਵਿਆਹਾਂ ਵਿੱਚ ਇਮਾਨਦਾਰੀ ਦੀ ਲੋੜ ਹੈ। ਭਾਗ ਈੜੀ, ਸਾਨੂੰ ਆਪਣੇ ਜੀਵਨਾਂ ਵਿੱਚ ਇਮਾਨਦਾਰੀ ਦੀ ਲੋੜ ਹੈ। ਸਾਡੇ ਪ੍ਰਭੂ ਦੇ ਵਚਨ ਮੱਤੀ ਦੀ ਅੰਜੀਲ 5 ਅਧਿਆਏ 33 ਵਚਨ ਤੋਂ ਲੈ ਕੇ 37 ਐਤਾਂ ਤੱਕ। ਫਿਰ ਤੁਸੀਂ ਸੁਣਿਆ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ ਭਾਈ ਤੂੰ ਝੂਠੀ ਸਹੁੰ ਨਾ ਖਾ, ਪਰ ਪ੍ਰਭੂ ਦੇ ਲਈ ਆਪਣੀਆਂ ਸਹੁੰਆਂ ਪੂਰੀਆਂ ਕਰ। ਪਰ ਮੈਂ ਤੁਹਾਨੂੰ ਆਖਦਾ ਹਾਂ ਭਾਈ, ਕਦੇ ਵੀ ਸਹੁੰ ਨਾ ਖਾਣੀ, ਨਾ ਆਕਾਸ਼ ਦੀ, ਇਸ ਲਈ ਜੋ ਪਰਮੇਸ਼ਰ ਦਾ ਸਿੰਘਾਸਨ ਹੈ, ਅਤੇ ਨਾ ਧਰਤੀ ਦੇ ਲਈ, ਇਸ ਲਈ ਜੋ ਉਹ ਉਸ ਦੇ ਚਰਨਾਂ ਦੀ ਚੌਂਕੀ ਹੈ, ਅਤੇ ਨਾ ਹੀ ਯਰੂਸ਼ਲਮ ਦੀ, ਇਸ ਲਈ ਜੋ ਉਹ ਮਹਾਰਾਜਾ ਦਾ ਸ਼ਹਿਰ ਹੈ, ਅਤੇ ਨਾ ਆਪਣੇ ਸਿਰ ਦੀ ਸਹੁੰ ਖਾ, ਕਿਉਂ ਜੋ ਤੂੰ ਇੱਕ ਬਾਲ ਨੂੰ ਧੌਲੇ ਜਾਂ ਕਾਲਾ ਜਾਂ ਚਿੱਟਾ ਨਹੀਂ ਕਰ ਸਕਦਾ। ਪਰ ਤੁਹਾਡੇ ਬੋਲਣ ਵਿੱਚ ਹਾਂ ਦੀ ਥਾਂ ਹਾਂ ਅਤੇ ਨਾ ਦੀ ਥਾਂ ਨਾ ਹੋਵੇ, ਔਰ ਜੋ ਇਹਨਾਂ ਤੋਂ ਵੱਧ ਹੈ ਸੋ ਬਦੀ ਤੋਂ ਹੁੰਦਾ ਹੈ। ਇਹ ਬੜੀ ਰੋਚਕ ਗੱਲ ਹੈ ਕਿ ਸਾਡੇ ਜੀਵਨਾਂ ਦਾ ਕਿੰਨਾ ਜ਼ਿਆਦਾ ਹਿੱਸਾ ਧੋਖੇ ਦੇ ਜਗਤ ਵਿੱਚ ਜਿਉਂਦੇ ਹਾਂ। ਅਸਲ ਵਿੱਚ ਇਹ ਗੌਰ ਕਰਨਾ ਰੁਚੀ ਪੈਦਾ ਕਰਦਾ ਹੈ। ਕੀ ਬਰਪੇਗਾ ਜੇਕਰ ਇੱਕੋ ਹੀ ਦਿਲ ਇੱਕ ਖਾਸ ਤਬਕੇ ਦੇ ਲੋਕਾਂ ਵਿੱਚ ਸੰਪੂਰਨ ਦਿਆਨਦਾਰੀ, ਅਸਲੀਅਤ ਅਤੇ ਇਮਾਨਦਾਰੀ ਦੇ ਪ੍ਰਤੀ ਰਾਜ ਕਰੇ। ਬਹੁਤ ਸਾਰੀਆਂ ਚੀਜ਼ਾਂ ਭਿੰਨ ਹੋਣਗੀਆਂ। ਅਸੀਂ ਇੰਡੋਰ ਖੇਡ ਵਿੱਚ ਟਾਲਸਟੋਲ ਇੱਥੇ ਤੱਕ ਕਿ ਮਸੀਹ ਲੋਕਾਂ ਦੇ ਵਿਚਕਾਰ ਵੀ ਕੀਤਾ ਹੈ। ਮੈਨੂੰ ਇੱਕ ਛੋਟੇ ਲੜਕੇ ਦੀ ਕਹਾਣੀ ਯਾਦ ਹੈ ਜੋ ਆਪਣੀ ਮਾਂ ਦੀ ਬਾਈਬਲ ਅਧਿਐਨ ਦੀ ਕਲਾਸ ਵਿੱਚ ਗਿਆ। ਉਸ ਦੇ ਕੋਲ ਸਾਰੀਆਂ ਔਰਤਾਂ ਉਸ ਦੇ ਆਲੇ ਦੁਆਲੇ ਬੈਠੀਆਂ ਸਨ। ਉਸ ਨੇ ਆਖਿਆ, ਮਾਂ, ਸਾਡੇ ਘਰ ਦੇ ਪਿੱਛੇ ਇੱਕ ਬੱਬਰ ਸ਼ੇਰ ਹੈ। ਉਸ ਦੀ ਮਾਂ ਨੇ ਆਖਿਆ, ਮੇਰੇ ਪਿਆਰੇ ਬੇਟੇ, ਸਾਡੇ ਘਰ ਦੇ ਪਿੱਛੇ ਕੋਈ ਬੱਬਰ ਸ਼ੇਰ ਨਹੀਂ ਹੈ। ਤੈਨੂੰ ਇਸ ਨਾਲੋਂ ਬਿਹਤਰ ਪਤਾ ਹੈ ਅਸੀਂ ਇੱਕ ਇਹੋ ਜਿਹੇ ਦੇਸ਼ ਵਿੱਚ ਨਹੀਂ ਰਹਿੰਦੇ ਜਿੱਥੇ ਬੱਬਰ ਸ਼ੇਰ ਹੋਣ। ਉਸ ਨੇ ਆਖਿਆ, ਨਹੀਂ, ਸਾਡੇ ਘਰ ਦੇ ਪਿੱਛੇ ਇੱਕ ਬੱਬਰ ਸ਼ੇਰ ਹੈ। ਅਤੇ ਉਹ ਉਸ ਨੂੰ ਇਕੱਲਾ ਨਹੀਂ ਛੱਡਣ ਲੱਗਾ ਜਦੋਂ ਤੱਕ ਕਿ ਉਹ ਆਖਰਕਾਰ ਉੱਠ ਨਹੀਂ ਖਲੋਤੀ ਅਤੇ ਖਿੜਕੀ ਦੇ ਕੋਲ ਚੱਲ ਗਈ ਅਤੇ ਸੱਚਮੁੱਚ ਘਰ ਦੇ ਪਿਛਾੜੇ ਇੱਕ ਸਭ ਤੋਂ ਪ੍ਰਚੰਡ ਬਿੱਲੀ ਪੀਲੇ ਰੰਗ ਦੀ, ਜੋ ਕਦੇ ਵੀ ਆਪਣੇ ਜੀਵਨ ਵਿੱਚ ਨਹੀਂ ਵੇਖੀ, ਉਹ ਉੱਥੇ ਮੌਜੂਦ ਸੀ। ਉਸ ਔਰਤ ਨੇ ਆਖਿਆ, ਹੁਣ ਜੌਨੀ, ਤੂੰ ਜਾਣਦਾ ਹੈ ਕਿ ਇਹ ਬਿੱਲੀ ਇੱਕ ਬੱਬਰ ਸ਼ੇਰ ਨਹੀਂ ਹੈ। ਤੈਨੂੰ ਇੱਕ ਬਿੱਲੀ ਅਤੇ ਬੱਬਰ ਸ਼ੇਰ ਵਿਚਲੇ ਅੰਤਰ ਦਾ ਪਤਾ ਹੈ। ਤੂੰ ਆਪਣੀ ਮਾਂ ਕੋਲ ਝੂਠ ਬੋਲਿਆ ਹੈ। ਹੁਣ ਤੂੰ ਆਪਣੇ ਕਮਰੇ ਵਿੱਚ ਪੌੜੀਆਂ ਚੜ੍ਹ ਕੇ ਉੱਪਰ ਜਾ ਅਤੇ ਇਸ ਬਾਰੇ ਸੋਚ
ਕਿ ਤੂੰ ਕੀ ਕੀਤਾ ਹੈ। ਜਦੋਂ ਤੂੰ ਉੱਥੇ ਉੱਪਰ ਹੋਵੇਂ, ਤੂੰ ਪਰਮੇਸ਼ਰ ਨੂੰ ਦੱਸਣਾ ਜੋ ਕੁਝ ਤੂੰ ਕੀਤਾ ਹੈ। ਇਹ ਸਭ ਬਾਈਬਲ ਦਾ ਅਧਿਐਨ ਕਰ ਰਹੀਆਂ ਔਰਤਾਂ ਤੱਕ ਰਹੀਆਂ ਸਨ। ਉਸ ਦੇ ਕੋਲ ਇੱਕ ਬੰਦਕ ਬਣਾਈ ਹੋਈ ਸਰੋਤਿਆਂ ਦੀ ਟੋਲੀ ਬੈਠੀ ਸੀ। ਜੌਨੀ ਪੌੜੀਆਂ ਚੜ੍ਹ ਕੇ ਉੱਪਰ ਗਿਆ ਅਤੇ ਸਿਰ ਨੀਵਾਂ ਕੀਤਾ। ਆਪ ਉਸ ਦੇ ਬਾਰੇ ਇਸ ਸੋਚਦਿਆਂ ਸਮਝ ਸਕਦੇ ਹੋ ਜੋ ਕੁਝ ਵਰਪਿਆ ਸੀ। ਇਹ 5 ਮਿੰਟ ਦੀ ਗੱਲ ਨਹੀਂ ਸੀ। ਇਹ ਤਾਂ ਠੀਕ ਹੇਠਾਂ ਬਾਈਬਲ ਅਧਿਐਨ ਦੇ ਵਿਚਕਾਰ ਦੁਬਾਰਾ ਵਰਪਿਆ ਸੀ ਅਤੇ ਉੱਥੇ ਆਈਆਂ ਹੋਈਆਂ ਔਰਤਾਂ ਵਿੱਚੋਂ ਇੱਕ ਇਸ ਦਾ ਸਾਹਮਣਾ ਨਹੀਂ ਸੀ ਕਰ ਸਕੀ। ਉਸਨੇ ਆਖਿਆ, ਠੀਕ ਹੈ ਜੌਨੀ, ਕੀ ਆਪ ਨੇ ਇਸ ਬਾਰੇ ਸੋਚਿਆ ਕਿ ਤੂੰ ਕੀ ਕੀਤਾ ਹੈ? ਉਸਨੇ ਆਖਿਆ, ਯਾ। ਕੀ ਤੂੰ ਪਰਮੇਸ਼ਰ ਨੂੰ ਦੱਸਿਆ ਹੈ ਕਿ ਤੂੰ ਕੀ ਕੀਤਾ ਸੀ? ਉਸਨੇ ਆਖਿਆ, ਯਾ। ਅਤੇ ਫਿਰ ਉਸਨੇ ਆਖਿਆ ਕਿ ਪਰਮੇਸ਼ਰ ਨੇ ਆਖਿਆ ਹੈ ਕਿ ਪਹਿਲੀ ਵਾਰ ਜਦੋਂ ਉਸਨੇ ਉਸ ਬਿੱਲੀ ਨੂੰ ਦੇਖਿਆ ਸੀ, ਉਸਨੇ ਸੋਚਿਆ ਕਿ ਇਹ ਇੱਕ ਬੱਬਰ ਸ਼ੇਰ ਹੈ। ਮੈਂ ਨਹੀਂ ਸੋਚਦਾ ਕਿ ਉਸਨੇ ਪੌੜੀਆਂ ਉੱਪਰ ਚੜ੍ਹ ਕੇ ਜ਼ਿਆਦਾ ਕੁਝ ਸਿੱਖਿਆ ਹੋਵੇ। ਕੀ ਆਪ ਇਸ ਤਰ੍ਹਾਂ ਸੋਚਦੇ ਹੋ? ਮੈਂ ਇੱਕ ਔਰਤ ਦੇ ਬਾਰੇ ਸੁਣਿਆ ਹੈ ਜਿਸ ਨੇ ਬਹੁਤ ਸਾਰਾ ਧਨ ਅਤੇ ਸਮਾਜਿਕ ਮਹੱਤਵ ਨੂੰ ਪ੍ਰਾਪਤ ਕੀਤਾ ਸੀ। ਉਸਨੇ ਇੱਕ ਕਿਤਾਬ ਆਪਣੀ ਵੰਸ਼ਾਵਲੀ ਦੇ ਬਾਰੇ ਲਿਖਣ ਦਾ ਫੈਸਲਾ ਕੀਤਾ ਸੀ। ਉਸਨੇ ਇੱਕ ਬਹੁਤ ਹੀ ਪ੍ਰਸਿੱਧ ਲੇਖਕ ਨੂੰ ਤਨਖਾਹ ਤੇ ਰੱਖਿਆ। ਉਹ ਲੇਖਕ ਉਸ ਦੇ ਬਾਰੇ ਖੋਜ ਕਰਦਾ ਇਹ ਜਾਣਿਆ ਕਿ ਉਸ ਦੇ ਵਡੇਰਿਆਂ ਵਿੱਚੋਂ ਇੱਕ ਕਾਤਲ ਸੀ ਜੋ ਕਿ ਇੱਕ ਬਿਜਲੀ ਦੇ ਸ਼ਾਟ ਲੱਗਣ ਨਾਲ ਮਰ ਗਿਆ ਸੀ। ਜਦੋਂ ਉਸ ਨੂੰ ਇਹ ਆਖਿਆ ਕਿ ਉਸ ਦੇ ਇਤਿਹਾਸ ਵਿੱਚ ਇਸ ਪੁਸਤਕ ਦੇ ਵਿੱਚ ਸ਼ਾਮਲ ਕੀਤਾ ਜਾਵੇ, ਤਦ ਉਸ ਔਰਤ ਨੇ ਉਸ ਦੇ ਅੱਗੇ ਮਿੰਨਤ ਕੀਤੀ ਕਿ ਉਹ ਉਸ ਨੂੰ ਆਖਣ ਦਾ ਇੱਕ ਇਹੋ ਜਿਹਾ ਤਰੀਕਾ ਲੱਭੇ ਤਾਂ ਕਿ ਇਹ ਉਸ ਦੇ ਲਈ ਜ਼ਿਆਦਾ ਨਿਰਾਸ਼ ਕਰਨ ਵਾਲਾ ਨਾ ਹੋਵੇ। ਜਦੋਂ ਕਿਤਾਬ ਛਪ ਕੇ ਅੱਗੇ ਆਈ ਤਦ ਇਸ ਘਟਨਾ ਦੇ ਬਾਰੇ ਇਸ ਤਰ੍ਹਾਂ ਪੜ੍ਹਿਆ ਗਿਆ। ਉਸ ਦੇ ਵਡੇਰੂਆਂ ਵਿੱਚੋਂ ਇੱਕ ਨੇ ਵਰਤੋਂ ਵਿੱਚ ਆਉਣ ਵਾਲੀ ਬਿਜਲੀ ਦੇ ਪ੍ਰਧਾਨ ਵਜੋਂ ਅਹੁਦਾ ਪਾਇਆ ਸੀ, ਜੋ ਕਿ ਅਮਰੀਕਾ ਦੇ ਸਭ ਤੋਂ ਵੱਧ ਪ੍ਰਸਿੱਧ ਸੰਸਥਾਵਾਂ ਵਿੱਚੋਂ ਇੱਕ ਸੀ। ਉਹ ਆਪਣੇ ਅਹੁਦੇ ਦੇ ਨਾਲ ਬਹੁਤ ਜੁੜਿਆ ਹੋਇਆ ਅਤੇ ਆਪਣੇ ਕਾਰਜ ਦੇ ਦੌਰਾਨ ਹੀ ਮਰ ਗਿਆ ਸੀ। ਸੱਚਾਈ ਨਾਲ ਨਿਪਟਣ ਦਾ ਇੱਥੇ ਇੱਕ ਤਰੀਕਾ ਹੈ। ਮੈਂ ਇੱਕ ਸਥਾਨਕ ਕਲੀਸਿਆ ਦੇ ਇੱਕ ਮੈਂਬਰ ਬਾਰੇ ਸੁਣਿਆ ਜੋ ਕਿ ਹਰ ਐਤਵਾਰ ਬੈਂਚ ਉੱਤੇ ਰੱਖੀ ਇੱਕ ਬਾਈਬਲ ਆਪਣੇ ਘਰ ਲੈ ਜਾਂਦਾ ਸੀ। ਪਾਸਵਾਨ ਨੇ ਸੱਚਮੁੱਚ ਪਹਿਲਾਂ ਤਾਂ ਉਸ ਨੂੰ ਗੌਲਿਆ ਕਿਉਂਕਿ ਇਹ ਵਿਅਕਤੀ ਇੱਕ ਝੂਠ ਬੋਲਣ ਵਾਲਾ ਵਿਅਕਤੀ ਸੀ ਅਤੇ ਪਾਸਵਾਨ ਦੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਜੇਕਰ ਉਹ ਕਾਫੀ ਬਾਈਬਲਾਂ ਆਪਣੇ ਘਰ ਲੈ ਗਿਆ, ਹੋ ਸਕਦਾ ਹੈ ਇੱਕ ਦਿਨ ਉਹ ਇੱਕ ਬਾਈਬਲ ਪੜ੍ਹੇਗਾ ਤੇ ਝੂਠ ਬੋਲਣਾ ਬੰਦ ਕਰ ਦੇਵੇਗਾ। ਪਰ ਇਸ ਦੇ ਨਾਲ ਜੋ ਖਰਚ ਸੀ ਉਹ ਵੱਧਦਾ ਗਿਆ। ਇਸ ਲਈ ਇੱਕ ਐਤਵਾਰ ਕਲੀਸਿਆ ਸਭ ਤੋਂ ਬਾਅਦ ਪਾਸਵਾਨ ਨੇ ਉਸ ਮਨੁੱਖ ਨੂੰ ਪੁੱਛਿਆ ਕਿ ਉਹ ਇੱਕ ਬਾਈਬਲ ਆਪਣੇ ਨਾਲ ਲੈ ਗਿਆ ਹੈ। ਉਸ ਵਿਅਕਤੀ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ। ਕਾਫੀ ਹਫ਼ਤੇ ਗੁਜ਼ਰ ਗਏ, ਹੋਰ ਬਾਈਬਲਾਂ ਵੀ ਅਲੋਪ ਹੋ ਰਹੀਆਂ ਸਨ। ਆਖਰਕਾਰ ਉਹ ਸੇਵਕ ਉਸ ਵਿਅਕਤੀ ਦੇ ਘਰ ਗਿਆ ਅਤੇ ਉਸ ਨੇ ਉਸ ਨੂੰ ਸਾਫ਼-ਸਾਫ਼ ਪੁੱਛਿਆ ਕਿ ਤੂੰ ਇਹ ਪਵਿੱਤਰ ਪੁਸਤਕ ਉਠਾਉਂਦਾ ਰਿਹਾ ਹੈ? ਉਸ ਮਨੁੱਖ ਨੇ ਆਖਿਆ, ਨਹੀਂ ਸ਼੍ਰੀਮਾਨ ਜੀ, ਮੈਂ ਇਸ ਦੀ ਕਸਮ ਬਾਈਬਲ ਦੇ ਇੱਕ ਵੱਡੇ ਢੇਰ ਉੱਤੇ ਹੱਥ ਰੱਖ ਕੇ ਖਾਂਦਾ ਹਾਂ। ਉਸ ਦੇ ਕੋਲ ਬਹੁਤ ਸਾਰੀਆਂ ਆਸਾਨ ਜਿਸ ਦਾ ਉਹ ਇਸਤੇਮਾਲ ਕਰ ਸਕਿਆ ਸੀ। ਇੱਥੋਂ ਤੱਕ ਕਿ ਸੇਵਾ ਵਿੱਚ ਵੀ ਸੱਚਾਈ ਦੇ ਨਾਲ ਇਸ ਤਰ੍ਹਾਂ ਤਰਨਾ ਨਿਪਟਣ ਦਾ ਦੋਸ਼ ਸਾਡੇ ਉੱਤੇ ਲੱਗਦਾ ਆਇਆ ਹੈ, ਜਿਸ ਤਰ੍ਹਾਂ ਕਿ ਉਹ ਹਨ। ਅਸਲ ਵਿੱਚ ਹੋ ਸਕਦਾ ਹੈ ਆਪ ਇਸ ਨੂੰ ਜਾਣਦੇ ਹੋਵੋ ਜਦੋਂ ਤੱਕ ਆਪ ਸੇਵਕਾਂ ਦੇ ਨਾਲ ਨਾ ਮਿਲਦੇ ਹੋਵੋ। ਇੱਕ ਕਹਾਵਤ ਹੈ, ਪ੍ਰਚਾਰਕ ਦੇ ਤੌਰ ਤੇ ਗੱਲਬਾਤ ਕਰਦਿਆਂ ਦੋ ਪਾਸਵਾਨ ਇੱਕ ਦਿਨ ਇਕੱਠੇ ਸਨ ਅਤੇ ਉਹ ਆਪਣੇ ਆਂਕੜਿਆਂ ਦੇ ਬਾਰੇ ਗੱਲਬਾਤ ਕਰ ਰਹੇ ਸਨ। ਉਹਨਾਂ ਵਿੱਚੋਂ ਇੱਕ ਨੇ ਆਖਿਆ, ਜੇਕਰ ਮੈਂ ਆਪਣੇ ਆਂਕੜਿਆਂ ਦੇ ਬਾਰੇ ਝੂਠ ਬੋਲਾਂ ਅਤੇ ਆਪ ਜਾਣਦੇ ਹੋ ਕਿ ਮੈਂ ਆਪਣੇ ਆਂਕੜਿਆਂ ਬਾਰੇ ਝੂਠ ਬੋਲ ਰਿਹਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਆਪ ਨੂੰ ਪਤਾ ਹੈ ਕਿ ਮੈਂ ਆਪਣੇ ਆਂਕੜਿਆਂ ਬਾਰੇ ਝੂਠ ਬੋਲ ਰਿਹਾ ਹਾਂ, ਤਦ ਕੀ ਇਹ ਸੱਚਾਈ ਦੱਸਣ ਵਰਗਾ ਨਹੀਂ ਹੈ? ਨਹੀਂ, ਇਹ ਤਾਂ ਸੱਚਾਈ ਦੱਸਣ ਵਰਗਾ ਨਹੀਂ ਹੈ। ਮੈਂ 2 ਬੈਪਟਿਸਟ ਪ੍ਰਚਾਰਕਾਂ ਦੇ ਬਾਰੇ ਸੁਣਿਆ ਸੀ ਜੋ ਕਿ ਇੱਕ ਨਿਰਜਨ ਟਾਪੂ ਦੇ ਇਲਾਕੇ ਗਏ। ਇਹ ਸ਼ਨੀਵਾਰ ਦੀ ਰਾਤ ਸੀ। ਇਹ ਇੱਕ ਨਿਰਜਨ ਟਾਪੂ ਸੀ। ਉਹ ਉਹਨਾਂ ਦੇ ਐਤਵਾਰ ਨੂੰ ਚਲਾਏ ਜਾਣ ਵਾਲੇ ਅਗਲੇ ਦਿਨ ਸੰਡੇ ਸਕੂਲ ਦੇ ਬਾਰੇ ਯੋਜਨਾ ਬਣਾਉਣ ਦੇ ਲਈ ਇਕੱਠੇ ਹੋ ਰਹੇ ਸਨ। ਸੱਚਮੁੱਚ ਜੋ ਬੈਪਟਿਸਟ ਸਨ ਹਮੇਸ਼ਾ ਹੀ ਟੀਚਿਆਂ ਨੂੰ ਆਪਣੇ ਅੱਗੇ ਰੱਖਦੇ ਸਨ। ਉਹਨਾਂ ਨੇ ਅਗਲੇ ਚੌਥੇ ਐਤਵਾਰ ਦੇ ਲਈ ਆਪਣਾ ਪ੍ਰੋਗਰਾਮ ਬਣਾਇਆ ਅਤੇ ਅਗਲੇ ਦਿਨ ਇਹ 5ਵਾਂ ਦਿਨ ਸੀ, ਜੋ ਕਿ 2 ਗੱਲਾਂ ਵਿੱਚੋਂ ਇੱਕ ਨਿਸ਼ਚਿੰਤ ਕਰਦਾ ਹੈ ਕਿ ਬੈਪਟਿਸਟ ਲੋਕ ਉੱਥੇ ਵੀ ਲੋਕਾਂ ਨੂੰ ਭਾਲ ਸਕਦੇ ਹਨ ਜਿੱਥੇ ਕੋਈ ਵੀ ਨਾ ਹੋਵੇ।
ਜਾਂ ਫਿਰ ਉਹ ਆਪਣੇ ਅੰਕੜਿਆਂ ਦੇ ਬਾਰੇ ਝੂਠ ਬੋਲ ਰਹੇ ਸਨ। ਅਤੇ ਗੱਲ ਤਾਂ ਇਹ ਹੈ ਕਿ ਇਹ ਸਭ ਅਨੋਖੀਆਂ ਗੱਲਾਂ ਜੋ ਮੈਂ ਆਪ ਨੂੰ ਦੱਸੀਆਂ, ਇਹ ਤਾਂ ਸੰਭਵ ਹੀ ਨਹੀਂ। ਨਾ ਹੀ ਉਹ ਸਾਡੇ ਚਿਹਰਿਆਂ ਉੱਤੇ ਮੁਸਕਾਨ ਪੈਦਾ ਕਰਨਗੀਆਂ, ਜੇਕਰ ਅਸੀਂ ਸਾਰੇ ਇਹ ਨਾ ਜਾਣਦੇ ਹੋਈਏ ਕਿ ਸਾਡਾ ਸਮਾਜ ਹੁਣ ਸਰਲ ਅਤੇ ਸਪਸ਼ਟ ਸਚਾਈ ਨੂੰ ਜ਼ਿਆਦਾ ਆਸ ਨਹੀਂ ਕਰਦਾ। ਧੋਖਾ ਇੱਕ ਜੀਵਨ ਸ਼ੈਲੀ ਬਣ ਚੁੱਕਾ ਹੈ। ਲੋਧੇ, ਜੋ ਕਿ ਮੇਰੇ ਮਨ ਭਾਊ ਲੇਖਕ ਵਿੱਚੋਂ ਇੱਕ ਹੈ, ਉਸਨੇ ਆਖਿਆ ਸੀ, ਸਾਡੇ ਸਮਾਜ ਵਿੱਚ ਸਾਫ਼-ਸਾਫ਼ ਸਚਾਈ ਅਕਸਰ ਇੱਕ ਵਿਅਕਤੀ ਨੂੰ ਇੱਕ ਖਾਸ ਨੁਕਸਾਨ ਵਿੱਚ ਲਿਆ ਖੜਾ ਕਰਦੀ ਹੈ। TBS ਟਾਈਟਲ ਵਿੱਚ, ਜਿਸ ਦਾ ਨਾਮ ਹੈ ਦ ਟਰੂਥ ਅਬਾਊਟ ਲਾਈਨ, ਡਿਲੋਮੋਰੀ ਨੇ ਇਸ ਤਰ੍ਹਾਂ ਲਿਖਿਆ ਸੀ ਕਿ 7 ਪੁਲਟ ਯਾਤਰੀ ਜੋ ਕਿ ਚੈਲੰਜਰ ਸਪੇਸ ਸ਼ਟਲ ਵਿਨਾਸ਼ਕਾਰੀ ਦੁਰਘਟਨਾ ਦੇ ਵਿੱਚ ਮਾਰੇ ਗਏ ਸਨ, ਉਹਨਾਂ ਨੂੰ ਕਦੇ ਵੀ ਠੰਡੇ ਤਾਪਮਾਨ ਦੇ ਵਿਚਕਾਰ ਪੁਲਾੜ ਯਾਤਰਾ ਦਾ ਖਤਰੇ ਬਾਰੇ ਨਹੀਂ ਸੀ ਦੱਸਿਆ ਗਿਆ, ਜੋ ਅਸਲੀਅਤ ਦੇ ਪਿੱਛੇ ਵਾਦ-ਵਿਵਾਦ ਹੋਇਆ ਸੀ, ਜੋ ਕਿ ਮੋਰਟਨ ਕੰਪਨੀ ਦੇ ਵਿਚਕਾਰ ਅਤੇ ਕੰਪਨੀ ਦੇ ਮੈਨੇਜਰ ਅਤੇ ਨਾਸਾ ਨਾਂ ਦੀ ਕੰਪਨੀ ਜੋ ਕਿ ਦੂਸਰੇ ਪਾਸੇ ਸੀ, ਇਹਨਾਂ ਦੇ ਵਿਚਕਾਰ ਝਗੜਾ ਹੋਇਆ ਸੀ। ਇੱਕ ਨਾਸਾ ਕੰਪਨੀ ਦੇ ਜਨਤਕ ਸਾਥ ਨੂੰ ਉੱਚਾ ਰੱਖਣ ਦੇ ਲਈ ਇਸ ਪੁਲਟ ਯਾਤਰਾ ਦਾ ਖਤਰੇ ਦੇ ਬਾਰੇ ਜੋ ਜਾਣਕਾਰੀ ਸੀ ਉਸ ਨੂੰ ਦਬਾਇਆ ਗਿਆ ਸੀ। ਜਦੋਂ ਮੋਰਟਨ ਕੰਪਨੀ ਦੇ ਇੰਜੀਨੀਅਰ ਨੇ ਇਸ ਯਾਤਰਾ ਦੇ ਵਿੱਚ ਅੱਗੇ ਪ੍ਰਾਪਤੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਤਦ ਉਹਨਾਂ ਨੇ ਫੈਸਲਾ ਲੈਣ ਦੀ ਵਿਧੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਉਹਨਾਂ ਦੀਆਂ ਗੰਭੀਰ ਇਤਰਾਜ਼ਾਂ ਦੇ ਬਾਵਜੂਦ ਜੋ ਚੈਲੰਜਰ ਨਾਂ ਦੇ ਰਾਕਟ ਸੀ ਉਸ ਨੂੰ ਭੇਜਿਆ ਗਿਆ ਅਤੇ ਕਰੋੜਾਂ ਲੋਕਾਂ ਨੇ ਇਸ ਦੇ ਵਿਨਾਸ਼ਕਾਰੀ ਨਤੀਜਿਆਂ ਨੂੰ ਵੇਖਿਆ ਸੀ। ਇੱਕ ਵਾਰ ਜਦੋਂ ਇਹ ਨਿੱਜੀ ਵਿਵਾਦ ਜਨਤਕ ਤੌਰ ਤੇ ਛਪਿਆ, ਤਦ ਜਗਤ ਨੇ ਨਾਸਾ ਕੰਪਨੀ ਦੇ ਧੋਖੇ ਅਤੇ ਇਸ ਨੂੰ ਛੁਪਾਉਣ ਦੇ ਬਾਰੇ ਜਾਣਿਆ। ਅੰਤਰਰਾਸ਼ਟਰੀ ਧੋਖਾ ਹੁਣ ਇੱਕ ਆਮ ਗੱਲ ਹੈ, ਰਾਜਨੀਤਿਕੀ ਸੰਚਾਰ ਵਿੱਚ ਇੱਕ ਆਮ ਗੱਲ ਹੈ ਅਤੇ ਇਹ ਕਾਰੋਬਾਰੀ ਜਗਤ ਵਿੱਚ ਵੀ ਇੱਕ ਆਮ ਗੱਲ ਹੈ। ਅੱਜ ਜਦੋਂ ਆਪ ਇੱਕ ਸਿਆਸਤਦਾਨ ਨੂੰ ਸੱਚਮੁੱਚ ਸ਼ਾਇਦ ਆਖਦਿਆਂ ਸੁਣਦੇ ਹੋ, ਤਦ ਆਪ ਨੂੰ ਫਿਕਰ ਕਰਨਾ ਚਾਹੀਦਾ ਹੈ, ਕਿਉਂਕਿ ਆਪ ਜਾਣਦੇ ਹੋ ਕਿ ਆਪ ਸੱਚਾਈ ਪ੍ਰਾਪਤ ਨਹੀਂ ਕਰਨ ਜਾ ਰਹੇ ਹੋ। ਜੋ ਕੁਝ ਸਿਆਸਤ ਵਿੱਚ ਹੈ ਉਹ ਕਾਰੋਬਾਰੀ ਜਗਤ ਵਿੱਚ ਵੀ ਸੱਚ ਹੈ। ਜੋ ਸੱਚਾਈ ਹੈ ਉਸ ਨੂੰ ਪਰੇ ਰੱਖਿਆ ਜਾਂਦਾ ਹੈ ਅਤੇ ਉਸ ਨੂੰ ਧੋਖਾ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਘਟਾਇਆ ਜਾਂਦਾ ਹੈ। ਜੋ ਬੰਦ ਗੋਭੀ ਦੀ ਮੰਡੀ ਹੈ, ਅਕਸਰ ਉਹਦਾ ਅਰਥ ਹੁੰਦਾ ਹੈ ਕਿ ਲੋਕ ਜਾਣਦੇ ਹਨ ਸੱਚਾਈ ਨਾਲ ਕਿਵੇਂ ਚਤੁਰਾਈ ਕਰੀਦੀ ਹੈ, ਜਦੋਂ ਕਿ ਇਸ ਵਿੱਚ ਖੁਦ ਦਾ ਲਾਭ ਸ਼ਾਮਲ ਹੋਵੇ। ਇੱਕ ਦਿਨ ਦੀ ਹਾਂ ਨੂੰ ਬੜੀ ਹੀ ਆਸਾਨੀ ਦੇ ਨਾਲ ਅਗਲੇ ਦਿਨ ਨਾ ਵਿੱਚ ਬਦਲਿਆ ਜਾ ਸਕਦਾ ਹੈ, ਜੇਕਰ ਇਸ ਦੇ ਨਾਲ ਸਾਡੇ ਉਦੇਸ਼ ਦੀ ਪੂਰਤੀ ਹੁੰਦੀ ਹੋਵੇ। ਕੱਲ੍ਹ ਦੀ ਜੋ ਰਣਨੀਤੀ ਨਾਲ ਸੰਬੰਧਿਤ ਅਗਵਾਈ ਹੈ, ਉਹ ਅੱਜ ਦੀ ਇੱਕ ਆਮ ਅਫਵਾਹ ਬਣ ਜਾਂਦੀ ਹੈ। ਕਾਰਜਕਾਰੀ ਅਧਿਕਾਰੀ ਸੱਚਾਈ ਨੂੰ ਘੁਮਾਉਣ ਲੱਗਦੇ ਹਨ ਅਤੇ ਇੱਕ ਸਾਫ਼ ਬਿਆਨੀ ਦੀ ਸ਼ੈਲੀ ਖੁਦ ਸੱਚਾਈ ਨਾਲੋਂ ਵੱਧ ਮਹੱਤਵਪੂਰਨ ਬਣ ਜਾਂਦੀ ਹੈ। ਇੱਕ ਪ੍ਰਬੰਧਕ ਆਪਣੇ ਵਿਚਾਰ ਦੇ ਬੋਰਡ ਆਫ ਡਾਇਰੈਕਟਰ ਨੂੰ ਭਰੋਸਾ ਦਿਵਾਉਂਦਾ ਹੈ ਅਤੇ ਆਪਣੇ ਕਾਮਿਆਂ ਨੂੰ ਖਬਰ ਦਿੰਦਾ ਹੈ ਕਿ ਜੋ ਬੋਰਡ ਹੈ ਉਹ ਉਸ ਲਈ ਵੱਡੀਆਂ ਕਟੌਤੀਆਂ ਕਰਨ ਦੇ ਲਈ ਮਜਬੂਰ ਕਰ ਰਿਹਾ ਹੈ ਅਤੇ ਉਹ ਇਸ ਦਾ ਇਸਤੇਮਾਲ ਆਪਣੇ ਹੀ ਤਰੀਕੇ ਦੇ ਅਨੁਸਾਰ ਕਰਨ ਦੇ ਲਈ ਕਰਦਾ ਹੈ। ਅਤੇ ਇਹੋ ਜਿਹੇ ਜਗਤ ਵਿੱਚ ਅਸੀਂ ਰਹਿ ਰਹੇ ਹਾਂ ਜੋ ਕਿ ਧੋਖੇ ਦੇ ਨਾਲ ਭਰਿਆ ਹੋਇਆ ਹੈ। ਹੁਣੇ ਇੱਕ ਰਸਾਲੇ ਵਿੱਚ ਮੈਂ ਇੱਕ ਰਿਪੋਰਟ ਤੱਕੀ ਸੀ। ਇਸ ਵਿੱਚ ਲਿਖਿਆ ਸੀ ਕਿ ਜਦੋਂ ਨਿਊਯਾਰਕ ਅਤੇ ਨਿਊਯਾਰਕੀਆਂ ਦੀ ਕੋਰਟ ਅਥਾਰਟੀ ਨੇ ਇੱਕ ਸਹਾਇਤਾ ਪਾਉਣ ਦੇ ਲਈ ਇੱਕ ਇਸ਼ਤਿਹਾਰ ਉਹਨਾਂ ਬਿਜਲੀ ਦੇ ਮਕੈਨਿਕ ਕਾਮਿਆਂ ਦੇ ਹੁਨਰਮੰਦ ਕਾਮਿਆਂ ਦੇ ਬਾਰੇ ਛਾਪਿਆ, ਜਿਨ੍ਹਾਂ ਨੂੰ ਸ਼ਤਰੰਜ ਜੋੜਾਂ ਦੇ ਇਸਤੇਮਾਲ ਕਰਨ ਬਾਰੇ ਹੁਨਰ ਪ੍ਰਾਪਤ ਹੋਵੇ, ਤਦ 170 ਲੋਕਾਂ ਨੇ ਉਹਨਾਂ ਨੂੰ ਲਿਖਿਆ, ਜਦੋਂ ਕਿ ਇਸ ਨਾਂ ਦੀ ਕੋਈ ਵੀ ਕੰਪਨੀ ਨਹੀਂ ਹੈ। ਜੋ ਉਸ ਅਥਾਰਟੀ ਨੇ ਇਹ ਪ੍ਰਸ਼ਨ ਇਸ ਲਈ ਛਾਪਿਆ ਸੀ ਕਿ ਇਹ ਜਾਣਨ ਲਈ ਕਿ ਕਿੰਨੇ ਅਰਜ਼ਾਈਆਂ ਦੇਣ ਵਾਲੇ ਲੋਕ ਕੰਮ ਨਾਲ ਸੰਬੰਧਿਤ ਆਪਣੇ ਕਾਰਜਾਂ ਦੇ ਵਿੱਚ ਹੇਰਾਫੇਰੀ ਕਰਦੇ ਹਨ। ਜਦੋਂ ਅਸੀਂ ਲੇਖ ਦੇ ਕੋਲ ਆਉਂਦੇ ਹਾਂ ਅਤੇ ਇੱਥੇ ਮੱਤੀ ਦੀ ਅੰਜੀਲ 5 ਅਧਿਆਇ ਵਿੱਚ ਫਰੀਸੀਆਂ ਦੀ ਆਲੋਚਨਾ ਕਰਦਾ ਹਾਂ, ਜੋ ਕਿ ਸੱਚਾਈ ਦੇ ਨਾਲ ਤੋੜ ਮੜੋੜ ਕਰ ਰਹੇ ਹਨ, ਮੈਂ ਆਪ ਨੂੰ ਛੋਟਾ ਜਿਹਾ ਟੈਸਟ ਦਿੰਦਾ ਹਾਂ। ਇਹ ਲੇਖ ਇੱਕ ਆਮ ਰਸਾਲੇ ਵਿੱਚੋਂ ਲਿਆ ਗਿਆ ਹੈ ਜੋ ਇਸ ਬਾਰੇ ਦੱਸਦਾ ਹੈ ਕਿ ਆਪ ਕਿੰਨੇ ਕੁ ਇਮਾਨਦਾਰ ਹੋ। ਇੱਥੇ ਕੁਝ ਪ੍ਰੀਖਿਆਵਾਂ ਹਨ। ਉੱਚੇ ਹੋਣ ਦੀ ਕੋਸ਼ਿਸ਼ ਕਰਨ ਦੇ ਵਜੋਂ ਆਪ ਆਪਣੇ ਕੰਮ ਧੰਦੇ ਨਾਲ ਸੰਬੰਧਿਤ ਕਾਰਜਾਂ ਨੂੰ ਆਧੁਨਿਕ ਬਣਾ ਰਹੇ ਹੋ ਅਤੇ ਆਪਣੇ ਆਮ ਇਸ ਤਰ੍ਹਾਂ ਕਰਨ ਵਾਲੇ ਲੋਕਾਂ ਤੋਂ ਇਹ ਸੁਣਿਆ ਹੀ ਹੈ ਕਿ ਆਪਣੇ ਕਾਰਜਾਂ ਨੂੰ ਥੋੜ੍ਹਾ ਬਹੁਤ ਆਧੁਨਿਕ ਬਣਾਉਣਾ ਤਾਂ ਇੱਕ ਅੱਛੀ ਗੱਲ ਹੀ ਹੈ। ਆਪਣੇ ਆਪ ਨੂੰ ਕੁਝ ਉੱਚੀ ਪਦਵੀ ਦਿਓ ਉਸ ਨਾਲ ਜੋ ਕੁਝ ਆਪ ਦੇ ਕੋਲ ਹੈ
ਅਤੇ ਆਪਣੀ ਤਨਖਾਹ ਅਤੇ ਪ੍ਰਾਪਤੀਆਂ ਨੂੰ ਜੋ ਆਪ ਪਿੱਛੇ ਪਾ ਚੁੱਕੇ ਹੋ ਉਹਨਾਂ ਨੂੰ ਥੋੜ੍ਹਾ ਜਿਹਾ ਉੱਚਾ ਕਰੋ। ਇਹ ਕਿਸੇ ਦਾ ਨੁਕਸਾਨ ਨਹੀਂ ਕਰਦਾ, ਬਲਕਿ ਇਹ ਆਪ ਨੂੰ ਇੱਕ ਵੱਧ ਤਨਖਾਹ ਤੇ ਇੱਕ ਬਿਹਤਰ ਕੰਮ ਧੰਦਾ ਪ੍ਰਾਪਤ ਕਰਨ ਦੇ ਮੌਕਿਆਂ ਨੂੰ ਵਧਾ ਦੇਵੇਗਾ। ਕੀ ਆਪ ਇਸ ਤਰ੍ਹਾਂ ਕਰੋਗੇ? ਇੱਕ ਵੱਡੀ ਘਰੇਲੂ ਚੀਜ਼ਾਂ ਦੀ ਦੁਕਾਨ ਤੋਂ 1 ਦਰਜਨ ਚੀਜ਼ਾਂ ਆਪ ਲੈਂਦੇ ਹੋ ਅਤੇ ਜਦੋਂ ਆਪ ਆਪਣੇ ਬਿੱਲ ਅਦਾ ਕਰਨ ਦੇ ਲਈ ਆਉਂਦੇ ਹੋ ਤਦ ਇੱਥੇ ਪੈਸਾ ਲੈਣ ਵਾਲਾ ਵਿਅਕਤੀ ਇੱਕ 55 ਰੁਪਏ ਦੀ ਚੀਜ਼ ਦਾ ਖਾਣਾ ਭੁੱਲ ਜਾਂਦਾ ਹੈ ਜੋ ਕਿ ਆਪ ਨੇ ਆਪਣੀ ਟਰਾਲੀ ਵਿੱਚੋਂ ਕੱਢ ਕੇ ਉਸ ਦੇ ਸਾਹਮਣੇ ਨਹੀਂ ਸੀ ਰੱਖੀ। ਜੇਕਰ ਆਪ ਕੁਝ ਵੀ ਨਹੀਂ ਆਖਦੇ ਤਦ ਸ਼ਾਇਦ ਉਹ ਇਸ ਨੂੰ ਵੇਖਦੀ ਹੀ ਨਾ। ਜਦੋਂ ਆਪ ਉੱਥੋਂ ਚਲੇ ਜਾਂਦੇ ਹੋ, ਇੱਥੋਂ ਤੱਕ ਕਿ ਜੇ ਉਹ ਦੇਖ ਵੀ ਲੈਂਦੀ, ਆਪ ਆਖ ਸਕਦੇ ਹੋ ਕਿ ਆਪ ਨੇ ਨਹੀਂ ਸੀ ਜਾਣਿਆ ਕਿ ਉਸ ਨੇ ਇਸ ਨੂੰ ਗੌਰ ਕਰਨਾ ਛੱਡ ਦਿੱਤਾ ਸੀ। ਆਪ ਕੀ ਕਰੋਗੇ? ਕੀ ਆਪ ਚੁੱਪ ਰਹੋਗੇ ਜਾਂ ਫਿਰ ਆਪ ਉਸ ਦਾ ਧਿਆਨ ਇਸ ਵੱਲ ਲਗਾਓਗੇ? ਆਪ ਜਲਦੀ ਹੀ ਦੇਸ਼ ਵਿੱਚ ਇੱਧਰ-ਉੱਧਰ ਘੁੰਮ ਰਹੇ ਹੋਵੋਗੇ। ਇਹ ਜਾਣਿਆ ਪਛਾਣਿਆ ਪਰ ਕੁਝ ਧੁੰਦਲੀ ਜਾਣ ਪਛਾਣ ਵਾਲਾ ਵਿਅਕਤੀ ਆਖਦਾ ਹੈ, ਜੇਕਰ ਆਪ ਬਿਨਾਂ ਆਪਣੇ ਕਿਰਾਇਆ ਅਦਾ ਕੀਤਿਆਂ ਟੈਲੀਫੋਨ ਦਾ ਬਿੱਲ ਦਿੱਤਿਆਂ ਜਾਂ ਫਿਰ ਰਸੋਈ ਵਿੱਚ ਕੰਮ ਆਉਣ ਵਾਲੇ ਤੇਲ ਅਤੇ ਬਿਜਲੀ ਦਾ ਬਿੱਲ ਅਤੇ ਇਹਨਾਂ ਚੀਜ਼ਾਂ ਦੇ ਨਾਲ ਜੁੜੀਆਂ ਹੋਈਆਂ ਕੰਪਨੀਆਂ ਵਿੱਚੋਂ ਕੋਈ ਵੀ ਪੈਸਾ ਖਰਚਣ ਦੀ ਕੋਸ਼ਿਸ਼ ਨਹੀਂ ਕਰੇਗਾ ਤਾਂ ਕਿ ਉਹ ਉਸ ਦੂਰ ਦੇ ਇਲਾਕੇ ਜਿੱਥੇ ਆਪ ਜਾ ਕੇ ਵੱਸ ਰਹੇ ਹੋ ਉੱਥੇ ਆਪ ਕੋਲੋਂ ਪੈਸਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਿਆਂ ਇੰਨਾ ਪੈਸਾ ਹੋਰ ਖਰਚੇ ਕਿ ਆਪ ਉਸ ਦੀ ਸਲਾਹ ਲਓਗੇ ਅਤੇ ਇਸ ਤਰ੍ਹਾਂ ਕਰਕੇ ਬਹੁਤ ਸਾਰਾ ਪੈਸਾ ਬਚਾ ਲਓਗੇ। ਕੰਮ ਉੱਤੇ ਜਿੱਥੇ ਵੀ ਆਪ ਕਰਦੇ ਹੋ, ਰਸਮੀ ਤੌਰ ਤੇ ਇੱਕ ਨਵੇਂ ਬਹੁਤ ਹੀ ਕੀਮਤੀ ਕੰਪਿਊਟਰ ਦੇ ਸਟਾਫਰ ਪ੍ਰੋਗਰਾਮ ਦੇ ਲਈ ਮੰਗ ਕਰਦੇ ਹੋ। ਆਪ ਇੱਕ ਸੈੱਟ ਦੇ ਲਈ ਅਰਜ਼ੀ ਦਿੰਦੇ ਹੋ ਪਰ ਕਿਸੇ ਗਲਤੀ ਦੇ ਰਾਹੀਂ ਆਪ ਕੋਲ 2 ਭੇਜ ਦਿੱਤੇ ਜਾਂਦੇ ਹਨ। ਆਪ ਇੱਕ ਵੱਧ ਸੌਫਟਵੇਅਰ ਜੋ ਆਪ ਕੋਲ ਆ ਗਿਆ ਹੈ ਉਸ ਨੂੰ ਆਪਣੇ ਕੋਲ ਰੱਖ ਲੈਂਦੇ ਹੋ ਅਤੇ 1 ਮਹੀਨੇ ਬਾਅਦ ਇਹ ਸਾਫ਼ ਹੋ ਜਾਂਦਾ ਹੈ ਕਿ ਇਸ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਅਤੇ ਆਪ ਉਸ ਪ੍ਰੋਗਰਾਮ ਨੂੰ ਆਪਣੇ ਘਰ ਦੇ ਕੰਪਿਊਟਰ ਦੇ ਲਈ ਖਰੀਦਣ ਦੀ ਖੁਆਇਸ਼ ਰੱਖਦੇ ਹੀ ਜੇਕਰ ਆਪ ਉਸ ਫਾਲਤੂ ਸਮਾਨ ਨੂੰ ਆਪਣੇ ਘਰ ਲੈ ਜਾਂਦੇ ਹੋ ਅਤੇ ਕਿਸੇ ਨੇ ਵੀ ਇਸ ਨੂੰ ਨਹੀਂ ਜਾਣਿਆ ਅਤੇ ਉਹ ਵੱਡੀ ਕੰਪਨੀ ਜਿਸ ਲਈ ਆਪ ਕੰਮ ਕਰਦੇ ਹੋ ਉਹ ਕਦੇ ਵੀ ਇਸ ਨੁਕਸਾਨ ਨੂੰ ਮਹਿਸੂਸ ਨਹੀਂ ਕਰੇਗੀ, ਇਸ ਕਰਕੇ ਕਿ ਉਹਨਾਂ ਇਸ ਤਰ੍ਹਾਂ ਕਰ ਲਿਆ ਹੈ ਜਿਵੇਂ ਕਿ ਆਪ ਇਸ ਤਰ੍ਹਾਂ ਕਰੋਗੇ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਕੰਮ ਹਨ। ਇਸੇ ਤਰ੍ਹਾਂ ਦੀਆਂ ਸਥਿਤੀਆਂ ਨਾਲ ਸੰਬੰਧਿਤ ਜੋ ਕਿ ਨੈਤਿਕ ਸਵਾਲ ਹਨ ਉਹ ਸਾਨੂੰ ਯਾਦ ਕਰਾਉਂਦੇ ਹਨ ਕਿ ਸਾਡੇ ਲਈ ਇਹ ਕਿੰਨਾ ਆਸਾਨ ਹੈ। ਪਰਮੇਸ਼ਰ ਦੇ ਲੋਕ ਹੁੰਦਿਆਂ ਹੋਇਆਂ ਵੀ ਇਸ ਜ਼ਮਾਨੇ ਦੇ ਜਿਸ ਵਿੱਚ ਅਸੀਂ ਰਹਿ ਰਹੇ ਹਾਂ ਇਸ ਦੇ ਧੋਖੇ ਦੇ ਜਾਲ ਵਿੱਚ ਅਸੀਂ ਕਿੰਨੇ ਆਸਾਨੀ ਨਾਲ ਫਸ ਜਾਂਦੇ ਹਾਂ। ਇੱਥੇ ਯਿਸੂ ਜੀ ਆਖਦੇ ਹਨ, ਆਪ ਸੁਣ ਚੁੱਕੇ ਹੋ ਕਿ ਉਹਨਾਂ ਨੇ ਕਿਵੇਂ ਸੱਚਾਈ ਦੇ ਨਾਲ ਨਿਪਟਿਆ ਸੀ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਵੀ ਕਿਵੇਂ ਚਾਹੁੰਦਾ ਹਾਂ ਕਿ ਆਪ ਸੱਚਾਈ ਦੇ ਨਾਲ ਨਿਪਟੋ। ਇਹ ਵਚਨ ਦਾ ਭਾਗ ਬੜੀ ਆਸਾਨੀ ਨਾਲ ਆਪਣੇ ਆਪ ਨੂੰ 2 ਭਾਗਾਂ ਵਿੱਚ ਵੰਡਦਾ ਹੈ। ਸਭ ਤੋਂ ਪਹਿਲਾਂ ਇਸ ਦੀ ਪਾਪਮਾਈ 2 ਰੰਗ ਨੀਤੀ ਹੈ ਅਤੇ ਦੂਸਰਾ ਹੈ ਸਰਲ ਇਮਾਨਦਾਰੀ। ਜੀਵਨ ਦੀਆਂ 2 ਸ਼ੈਲੀਆਂ ਸਾਡੇ ਵਿੱਚੋਂ ਹਰੇਕ ਲਈ ਖੁੱਲ੍ਹੀਆਂ ਹਨ, ਭਾਵੇਂ ਅਸੀਂ ਵਿਸ਼ਵਾਸੀ ਹੋਈਏ ਭਾਵੇਂ ਅਸੀਂ ਬੇਵਿਸ਼ਵਾਸੀ। ਅਸੀਂ ਜਾਂ ਤਾਂ ਪਾਪਮਾਈ 2 ਰੰਗ ਨੀਤੀ ਵਿੱਚ ਜੀ ਸਕਦੇ ਹਾਂ ਜਾਂ ਫਿਰ ਸਰਲ ਇਮਾਨਦਾਰੀ ਵਿੱਚ। ਯਿਸੂ ਜੀ ਸਾਨੂੰ ਦੱਸਦੇ ਹਨ ਕਿ ਉਹ ਇਸ ਬਾਰੇ ਕੀ ਸੋਚਦੇ ਹਨ। ਨੰਬਰ 1, ਪਾਪਮਾਈ 2 ਰੰਗ ਨੀਤੀ। ਇਹ ਚੌਥੀ ਵਾਰ ਹੈ ਜਦੋਂ ਕਿ ਅਸੀਂ ਇਹ ਛੋਟੀ ਜਿਹੀ ਗੱਲ ਬਾਰੇ ਗੌਰ ਕਰਨ ਵਾਸਤੇ ਜਾ ਰਹੇ ਹਾਂ, ਜਿੱਥੇ ਕਿ ਯਿਸੂ ਜੀ ਆਖਦੇ ਹਨ, ਆਪਨੇ ਸੁਣਿਆ ਹੈ ਕਿ ਇਹ ਆਖਿਆ ਗਿਆ ਸੀ, ਪਰ ਮੈਂ ਤੁਹਾਨੂੰ ਆਖਦਾ ਹਾਂ। ਯਿਸੂ ਜੀ ਪੁਰਾਣੇ ਨੇਮ ਦੀ ਵਿਵਸਥਾ ਜਾਂ ਫਿਰ ਇੱਥੋਂ ਤੱਕ ਕਿ ਫਰੀਸੀਆਂ ਦੀ ਇਸ ਦੇ ਪ੍ਰਤੀ ਜਵਾਬਦੇਹੀ ਤੋਂ ਇਨਕਾਰ ਨਹੀਂ ਕਰ ਰਹੇ। ਯਿਸੂ ਜੀ ਇਸ ਨੂੰ ਹੋਰ ਉੱਚਾ ਚੁੱਕਦੇ ਹਨ ਅਤੇ ਇੱਕ ਵਾਰ ਫਿਰ ਸਾਨੂੰ ਯਾਦ ਕਰਾਉਂਦੇ ਹਨ ਕਿ ਉਹ ਬਾਹਰੀ ਆਗਿਆ ਪਾਲਣ ਦੇ ਬਾਰੇ ਬਹੁਤ ਘੱਟ ਚਿੰਤਾ ਕਰਦੇ ਹਨ, ਪਰ ਉਹ ਦਿਲੋਂ ਕੀਤੀ ਜਾਣ ਵਾਲੀ ਆਗਿਆਕਾਰੀ ਦੇ ਬਾਰੇ ਜ਼ਿਆਦਾ ਫਿਕਰ ਕਰਦੇ ਹਨ। ਇਸ ਤਰ੍ਹਾਂ ਸੱਚਾਈ ਦੇ ਬਾਰੇ ਕੀ ਆਖਿਆ ਜਾਵੇ? ਯਿਸੂ ਜੀ ਨੇ ਆਖਿਆ ਸੀ, ਤੁਸੀਂ ਸੁਣਿਆ ਹੈ ਕਿ ਇਹ ਆਖਿਆ ਗਿਆ ਸੀ ਕਿ ਤੁਹਾਨੂੰ ਝੂਠੀ ਸਹੁੰ ਨਹੀਂ ਖਾਣੀ ਚਾਹੀਦੀ, ਪਰ ਆਪ ਨੂੰ ਪ੍ਰਭੂ ਦੇ ਨਾਲ ਖਾਧੀਆਂ ਸਹੁੰਆਂ ਨੂੰ ਪੂਰਾ ਕਰਨਾ ਚਾਹੀਦਾ ਹੈ। ਘਮੰਡੀ ਯਹੂਦੀ ਜਦੋਂ ਯਿਸੂ ਜੀ ਦੀ ਗੱਲ ਨੂੰ ਸੁਣ ਰਹੇ ਸਨ, ਜਦੋਂ ਕਿ ਉਸਨੇ ਇਹ ਸੰਦੇਸ਼ ਦਿੱਤਾ ਸੀ, ਉਹ ਨਿਰਦੋਸ਼ ਤੌਰ ਤੇ ਪੁਰਾਣੇ ਨੇਮ ਦੇ 3ਰੇ ਅਤੇ 4ਥੇ ਹੁਕਮ ਨੂੰ ਪੂਰਾ ਕਰ ਰਹੇ ਸਨ, ਜੋ ਆਖਦਾ ਹੈ ਕਿ ਤੂੰ ਪ੍ਰਭੂ ਆਪਣੇ ਪਰਮੇਸ਼ਰ ਦੇ ਨਾਮ ਦਾ ਅਰਥ ਫਜ਼ੂਲ ਨਾ ਲੈ ਅਤੇ ਤੂੰ ਝੂਠੀ ਗਵਾਹੀ ਨਾ ਦੇ,
ਪਰ ਹੋਰ ਗੱਲਾਂ ਦੀ ਤਰ੍ਹਾਂ ਫਰੀਸੀਆਂ ਨੇ ਇਸ ਗੱਲ ਨੂੰ ਸਿੱਖ ਲਿਆ ਸੀ ਕਿ ਕਿਵੇਂ ਕਰਨਾ ਹੈ ਅਤੇ ਉਹਨਾਂ ਨੇ ਇੱਕ ਇਹੋ ਜਿਹੀ ਪ੍ਰਾਣੀ ਵਿਕਸਿਤ ਕੀਤੀ ਸੀ ਜੋ ਕਿ ਸਾਰੀਆਂ ਫਜ਼ੂਲੀਆਂ ਚੀਜ਼ਾਂ ਦੇ ਨਾਲ ਸਹੁੰ ਖਾਣ ਦੀ ਇੱਕ ਮੁਸ਼ਕਲ ਪ੍ਰਾਣੀ ਸੀ, ਜਿਸ ਦੇ ਵਿੱਚ ਅਕਸਰ ਪਰਮੇਸ਼ਰ ਦੇ ਨਾਮ ਨੂੰ ਬਾਹਰ ਰੱਖਿਆ ਜਾਂਦਾ ਸੀ। ਇਸ ਪ੍ਰਣਾਲੀ ਅਧੀਨ ਇਹ ਦਿਖਾਵਾ ਕਰਨ ਦੀ ਇੱਛਾ ਜੁੜੀ ਹੋਈ ਸੀ ਕਿ ਉਹ ਸੱਚ ਆਖ ਰਹੇ ਹਨ, ਜਦੋਂ ਕਿ ਅਸਲ ਵਿੱਚ ਉਹ ਜਾਣ-ਬੁੱਝ ਕੇ ਧੋਖਾ ਕਰ ਰਹੇ ਸਨ। ਜੋ ਕੁਝ ਯਿਸੂ ਜੀ ਚਿੰਤਾ ਕਰਦੇ ਸਨ, ਉਹ ਤਾਂ ਇਹ ਅਸਲੀਅਤ ਸੀ ਕਿ ਪਰਮੇਸ਼ਰ ਨੂੰ ਇਸ ਸਭ ਦੇ ਵਿੱਚ ਹਿੱਸੇਦਾਰ ਸਮਝਿਆ ਜਾਂਦਾ ਸੀ, ਕਿਉਂਕਿ ਉਹ ਕਦੇ-ਕਦੇ ਉਸ ਦੇ ਨਾਮ ਦਾ ਇਸਤੇਮਾਲ ਲੋਕਾਂ ਨੂੰ ਧੋਖਾ ਦੇਣ ਲਈ ਕਰਦੇ ਸਨ। ਜੋ ਲੋਕ ਉਹਨਾਂ ਦੇ ਆਲੇ-ਦੁਆਲੇ ਹੁੰਦੇ ਸਨ, ਇਸ ਤਰ੍ਹਾਂ ਜਾਪਦਾ ਹੈ ਕਿ ਜੋ ਸੱਚਾਈ ਸੀ ਉਹ ਤਾਂ ਇੱਕ ਬਹੁਤ ਹੀ ਘੱਟ ਯਿਸੂ ਦੇ ਜ਼ਮਾਨੇ ਵਿੱਚ ਸੀ, ਜਿਵੇਂ ਕਿ ਇਹ ਅੱਜ ਹੈ। ਇਸ ਗੁੰਝਲਦਾਰ ਪ੍ਰਾਣੀ ਜੋ ਕਿ ਬੁੱਧੀ ਸੰਗਤ ਬਣਾਉਂਦੇ ਨਾਲ ਜੁੜੀ ਹੋਈ ਸੀ, ਉਸਨੇ ਲੋਕਾਂ ਨੂੰ ਉਸ ਤੋਂ ਢੱਕਣ ਦਾ ਇੱਕ ਤਰੀਕਾ ਵਿਕਸਿਤ ਕੀਤਾ ਸੀ। ਜੋ ਕੁਝ ਉਹਨਾਂ ਦੇ ਆਖਣ ਦਾ ਅਰਥ ਹੋਵੇ, ਉਹਨਾਂ ਦੀ ਹਾਂ ਨਹੀਂ ਸੀ ਹੁੰਦੀ ਅਤੇ ਉਹਨਾਂ ਦੀ ਨਾ ਨਹੀਂ ਸੀ ਹੁੰਦੀ। ਆਪ ਨੂੰ ਇਸ ਪ੍ਰਣਾਲੀ ਨੂੰ ਸਮਝਣਾ ਪੈਣਾ ਹੈ, ਇਸ ਨੂੰ ਜਾਣਨ ਦੀ ਕੋਸ਼ਿਸ਼ ਕਰਦਿਆਂ ਕਿ ਆਪ ਨੂੰ ਸੱਚਾਈ ਦੱਸੀ ਜਾ ਰਹੀ ਹੈ ਜਾਂ ਫਿਰ ਆਪ ਨਾਲ ਧੋਖਾ ਕੀਤਾ ਜਾ ਰਿਹਾ ਹੈ। ਸਟੀਫਨ ਵੈਸਟਰਹਾਮ ਆਪਣੀ ਕਿਤਾਬ ਜੀਸਸ ਐਂਡ ਟੈਰੀਬਲ ਅਥਾਰਟੀ ਵਿੱਚ ਆਖਦੇ ਹਨ, ਯਿਸੂ ਦੇ ਜ਼ਮਾਨੇ ਵਿੱਚ ਈਸ਼ਵਰੀ ਨਾਮ ਯਹੋਵੇ ਆਮ ਗੱਲਬਾਤ ਵਿੱਚ ਅਕਸਰ ਬਹੁਤ ਧਿਆਨ ਦੇ ਨਾਲ ਇਸ ਦਾ ਇਸਤੇਮਾਲ ਕਰਨ ਤੋਂ ਪਰਹੇਜ਼ ਕੀਤਾ ਜਾਂਦਾ ਸੀ। ਇਹ ਨਿਸ਼ਚਿੰਤ ਕਰਨ ਦੇ ਲਈ ਕਿ ਇਸ ਨੂੰ ਵਿਅਰਥ ਨਾ ਲਿਆ ਜਾਵੇ, ਇਸ ਲਈ ਕਈ ਬਦਲ ਉਹਨਾਂ ਦੀਆਂ ਕਸਮਾਂ ਖਾਨ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਸਨ। ਪ੍ਰਸਿੱਧ ਇਸਤੇਮਾਲਾਂ ਦੇ ਵਿੱਚ ਉਹ ਕਸਮ ਸ਼ਾਮਲ ਸਨ ਜੋ ਕਿ ਕਿਸੇ ਵੀ ਚੀਜ਼ ਦੇ ਨਾਲ ਜੁੜੀਆਂ ਹੋਈਆਂ ਸਨ, ਜਿਨ੍ਹਾਂ ਨੂੰ ਕਿ ਪਵਿੱਤਰ ਜਾਂ ਫਿਰ ਖਾਸ ਤੌਰ ਤੇ ਬਹੁਤ ਹੀ ਬਹੁਮੁੱਲੀਆਂ ਸਮਝਿਆ ਜਾਂਦਾ ਹੋਵੇ। ਇਸ ਤਰ੍ਹਾਂ ਜਾਪਦਾ ਹੈ ਕਿ ਉਹ ਸਵਰਗ ਦੀ ਕਸਮ ਖਾਂਦੇ ਸਨ, ਉਹ ਧਰਤੀ ਦੀ ਕਸਮ ਖਾਂਦੇ ਸਨ, ਉਹ ਯਰੂਸ਼ਲਮ ਦੀ ਕਸਮ ਖਾਂਦੇ ਸਨ ਅਤੇ ਯਿਸੂ ਜੀ ਨੇ ਸਾਨੂੰ ਯਾਦ ਦਿਲਾਉਂਦੇ ਹਨ ਕਿ ਕਿਸੇ ਵੀ ਚੀਜ਼ ਦੀ ਕਸਮ ਨਹੀਂ ਖਾਣਾ। ਕਿ ਆਪ ਦੇ ਦਿਲ ਵਿੱਚ ਧਿਆਨਦਾਰੀ ਨਾਲੋਂ ਜ਼ਰੂਰ ਕੁਝ ਘੱਟ ਹੈ। ਕਸਮਾਂ ਨਾਲ ਜੁੜਿਆ ਹੋਇਆ ਸਾਰਾ ਮਸਲਾ ਜਿਸ ਦਾ ਜ਼ਿਕਰ ਯਿਸੂ ਮੱਤੀ ਦੀ ਅੰਜੀਲ 5 ਅਧਿਆਇ ਵਿੱਚ ਕਰਦੇ ਹਨ, ਉਹ ਗ੍ਰੰਥੀਆਂ ਤੇ ਫਰੀਸੀਆਂ ਨੂੰ ਇਹ ਦਾਅਵਾ ਕਰਨ ਦਾ ਇੱਕ ਲਾਭ ਪਹੁੰਚਾਉਂਦਾ ਹੈ, ਪਰ ਇਸ ਦਾ ਇਰਾਦਾ ਕੁਝ ਹੋਰ ਸੀ। ਉਹ ਆਖਣਗੇ, ਜਿਸ ਤਰ੍ਹਾਂ ਕਿ ਅਸੀਂ ਅੱਜ ਕੱਲ੍ਹ ਕਰਦੇ ਹਾਂ, ਕਿ ਪਰਮੇਸ਼ਰ ਮੇਰਾ ਗਵਾਹ ਹੈ। ਫਿਰ ਉਹ ਸਭ ਆਖਣਗੇ ਜੋ ਆਖਣਾ ਚਾਹੁਣਗੇ ਜਦੋਂ ਇਸ ਦੇ ਦੁਆਰਾ ਉਹਨਾਂ ਦੀ ਵਿਰੋਧਤਾ ਹੋਵੇਗੀ। ਜੇਕਰ ਉਹ ਕਦੇ ਵੀ ਕਿਨਾਰੇ ਲਗਾਏ ਜਾਣ, ਤਦ ਉਹ ਆ ਕੇ ਇਸ ਤੋਂ ਪਿੱਠ ਘੁਮਾ ਲੈਣਗੇ। ਜੀ ਹਾਂ, ਮੈਂ ਤਾਂ ਯਹੋਵਾ ਦਾ ਨਾਮ ਨਹੀਂ ਲਿਆ, ਮੈਂ ਤਾਂ ਯਹੋਵਾ ਦੇ ਨਾਮ ਦਾ ਇਸਤੇਮਾਲ ਹੀ ਨਹੀਂ ਕੀਤਾ। ਇਸ ਤਰ੍ਹਾਂ ਹੀ ਇੱਕ ਕੋਈ ਉਹਨਾਂ ਉੱਤੇ ਪ੍ਰਬੰਧਕ ਲਗਾਉਣ ਵਾਲੀ ਸਹੁੰ ਜਾਂ ਇੱਕ ਉਹਨਾਂ ਨੂੰ ਬੰਨ੍ਹਣ ਵਾਲੀ ਸੁਖਣਾ ਨਹੀਂ ਸੀ ਹੁੰਦੀ। ਪਰ ਯਿਸੂ ਜੀ ਇਸ ਦੇ ਲਈ ਚਿੰਤਤ ਮਨ, ਉਹ ਉਹਨਾਂ ਸ਼ਬਦਾਂ ਦੇ ਬਾਰੇ ਚਿੰਤਤ ਮਨ ਜੋ ਸਾਡੇ ਅੱਜ ਦੇ ਇਸ ਸਮਾਜ ਵਿੱਚ ਮੁੱਖ ਸਮੱਸਿਆ ਦਾ ਕੇਂਦਰ ਹੈ। ਉਸਨੇ ਦੋ ਰੰਗ ਨੀਤੀ ਦੇ ਕਿਸੇ ਵੀ ਰੂਪ ਉੱਤੇ ਧਾਵਾ ਬੋਲਿਆ ਸੀ। ਯਿਸੂ ਜੀ ਨੇ ਇਮਾਨਦਾਰੀ, ਦਿਆਨਦਾਰੀ ਅਤੇ ਬਾਹਰੀਪਨ ਦੀ ਖੁਆਇਸ਼ ਰੱਖੀ ਸੀ। ਉਸਨੇ ਉਹ ਸ਼ਬਦ ਸੁਣ ਲਏ ਸਨ ਜੋ ਛੁਪਾਉਣ ਲਈ, ਛੁਪਣ ਲਈ, ਤੋੜ ਮਰੋੜ ਕਰਨ ਲਈ, ਭੈਭੀਤ ਕਰਨ ਲਈ ਅਤੇ ਪ੍ਰਭਾਵਿਤ ਕਰਨ ਦੇ ਲਈ ਇਸਤੇਮਾਲ ਕੀਤੇ ਜਾਂਦੇ ਸਨ। ਉਸ ਦੇ ਜ਼ਮਾਨੇ ਦਾ ਜਗਤ ਸਾਡੇ ਅੱਜ ਦੇ ਜਗਤ ਨਾਲੋਂ ਭਿੰਨ ਸੀ। ਉਸ ਜ਼ਮਾਨੇ ਵਿੱਚ ਲੋਕ ਸ਼ਬਦਾਂ ਦਾ ਇਸਤੇਮਾਲ ਅਸਲੀਅਤ ਤੋਂ ਘੁਮਾ ਕੇ ਕਰਦੇ ਸਨ ਅਤੇ ਉਹ ਲਾਪਰਵਾਹੀ ਦੇ ਨਾਲ ਬੋਲਦੇ ਸਨ। ਜੇਕਰ ਆਪ ਨੂੰ ਯਾਦ ਹੋਵੇ, ਅੰਤ ਵਿੱਚ ਯਿਸੂ ਜੀ ਖੁਦ ਸਲੀਬ ਉੱਤੇ ਉਹਨਾਂ ਦੁਆਰਾ ਗਲਤ ਤਰੀਕੇ ਨਾਲ ਅਤੇ ਚਤਰਾਈ ਨਾਲ ਕਤਲ ਸ਼ਬਦਾਂ ਦਾ ਇਸਤੇਮਾਲ ਕੀਤੇ ਜਾਣ ਦੇ ਕਰਕੇ ਸਲੀਬ ਉੱਤੇ ਟੰਗੇ ਗਏ ਸਨ, ਜਿਨ੍ਹਾਂ ਨੇ ਪਰਮੇਸ਼ਰ ਨੂੰ ਉਹਨਾਂ ਦੇ ਜੀਵਨਾਂ ਵਿੱਚੋਂ ਬਾਹਰ ਕਰ ਦਿੱਤਾ ਸੀ ਅਤੇ ਜੋ ਉਹ ਬੋਲਦਾ ਸੀ ਉਹ ਸੱਚਾਈ ਤੋਂ ਕਿਨਾਰਾ ਕੀਤਾ ਸੀ। ਯਿਸੂ ਜੀ ਸ਼ਬਦਾਂ ਉੱਤੇ ਪਵਿੱਤਰ ਹੋਣ ਵਜੋਂ ਤੱਕਦੇ ਸਨ। ਉਸ ਨੇ ਵਿਅਕਤੀ ਆਦਿ ਬੋਲੀ ਨੂੰ ਤੱਕਿਆ ਸੀ, ਉਸ ਤਰ੍ਹਾਂ ਜੋ ਕਿ ਖੁਦ ਉਸ ਵਿਅਕਤੀ ਦੇ ਪ੍ਰਤੀ ਨਿਡਰਤਾ ਕਰਦਾ ਸੀ। ਅਸਲ ਵਿੱਚ ਕੀ ਆਪ ਨੂੰ ਮੱਤੀ ਦੀ ਅੰਜੀਲ 12 ਅਧਿਆਏ ਉਸ ਦੀ 36 ਐਤ ਦੇ ਵਚਨ ਯਾਦ ਹਨ? ਮੈਂ ਆਪ ਨੂੰ ਦੱਸਦਾ ਹਾਂ, ਨਿਆਂ ਦੇ ਦਿਨ ਉਸ ਹਰੇਕ ਬੇਪਰਵਾਹ ਸ਼ਬਦਾਂ ਦਾ ਲੇਖਾ ਦੇਣਾ ਜੋ ਉਹ ਬੋਲਦੇ ਹਨ। ਇਹ ਸ਼ਬਦ ਜੋ ਸਾਡੇ ਮੂੰਹ ਵਿੱਚੋਂ ਨਿਕਲਦੇ ਹਨ, ਕਿੰਨੀ ਜਲਦੀ ਅਤੇ ਅਕਸਰ ਜਿਸ ਤਰ੍ਹਾਂ ਕਿ ਪੁਰਾਣੇ ਜ਼ਮਾਨੇ ਦੇ ਫਰੀਸੀ ਬੋਲਦੇ ਸਨ। ਅਸੀਂ ਆਪਣੀਆਂ ਸੋਚਾਂ ਦੀਆਂ ਖੇਡਾਂ ਖੇਡਦੇ ਹਾਂ, ਅਸੀਂ ਆਪਣੇ ਟਾਲ ਮਟੋਲ ਦੀਆਂ ਵਿਧੀਆਂ ਦਾ ਇਸਤੇਮਾਲ ਕਰਦੇ ਹਾਂ। ਇਹੋ ਹੀ ਹੈ ਜੋ ਪਾਪਮਈ ਦੋ ਰੰਗ ਨੀਤੀ ਵਿੱਚ ਵਰਤਦਾ ਹੈ। ਪਰ ਗੌਰ ਕਰੋ ਜੋ ਯਿਸੂ ਜੀ ਆਖਦੇ ਹਨ,
ਜੋ ਇਸ ਸੰਦੇਸ਼ ਦਾ ਮੁੱਖ ਸਮੁੱਚਾ ਕਾਰਨ ਹੈ। 37 ਐਤ ਦੇ ਵਿੱਚ ਲਿਖਦਾ ਹੈ, ਪਰ ਤੁਹਾਡਾ ਬੋਲਣ ਵਿੱਚ ਹਾਂ ਦੀ ਥਾਂ ਹਾਂ ਔਰ ਨਾ ਦੀ ਥਾਂ ਨਾ ਹੋਵੇ, ਔਰ ਜੋ ਇਹਨਾਂ ਤੋਂ ਵੱਧ ਹੈ ਸੋ ਬਦੀ ਤੋਂ ਹੁੰਦਾ ਹੈ। ਮੈਂ ਆਪਣੀ ਖੁਦ ਦੀ ਕਾਪੀ ਵਿੱਚ ਇਸ ਬਾਈਬਲ ਬਾਣੀ ਦੇ ਭਾਗ ਐਗਨੇ ਪੀਟਰਸਨ ਦੇ ਅਨੁਵਾਦ ਨੂੰ ਇਸ ਤਰ੍ਹਾਂ ਲਿਖਿਆ ਹੈ, ਇਸ ਤਰ੍ਹਾਂ ਕੁਝ ਨਾ ਆਖੋ ਜੋ ਆਪ ਦਾ ਕਹਿਣ ਦਾ ਭਾਵ ਨਹੀਂ ਹੁੰਦਾ। ਇਹ ਮਸ਼ਵਰਾ ਸਾਡੀਆਂ ਰੀਤੀ ਰਿਵਾਜਾਂ ਵਿੱਚ ਗਹਿਰਾ ਗੰਢਿਆ ਹੋਇਆ ਹੈ। ਆਪ ਸਿਰਫ ਉਹਨਾਂ ਚੀਜ਼ਾਂ ਨੂੰ ਹੀ ਕਾਰਜਸ਼ੀਲ ਕਰਦੇ ਹੋ ਜਦੋਂ ਆਪ ਕਿਸੇ ਨੇਕ ਗੱਲਬਾਤ ਠੀਕ ਇਹ ਆਖਦਿਆਂ ਇਸ ਦੇ ਆਖਣ ਨੂੰ ਇਸ ਤਰ੍ਹਾਂ ਉਲੀਕਦੇ ਹੋ ਜਿਵੇਂ ਕਿ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਅਤੇ ਫਿਰ ਕਦੀ ਵੀ ਉਸ ਨੂੰ ਨਹੀਂ ਕਰਨਾ, ਜਾਂ ਫਿਰ ਇਸ ਤਰ੍ਹਾਂ ਆਖਣਾ ਪਰਮੇਸ਼ਰ ਤੁਹਾਡੇ ਨਾਲ ਹੋਵੇ, ਅਤੇ ਇਸ ਦਾ ਸਹੀ ਆਪ ਦਾ ਉਹੀ ਭਾਵ ਨਾ ਹੋਣਾ। ਆਪ ਆਪਣੇ ਸ਼ਬਦਾਂ ਨੂੰ ਧਾਰਮਿਕ ਲਿਹਾਜ਼ੇ ਦੇ ਨਾਲ ਜੋ ਉਹ ਨਹੀਂ ਹਨ ਉਸ ਦੇ ਦੁਆਰਾ ਸੱਚੇ ਨਾ ਬਣਾਓ। ਆਪਣੀ ਬੋਲੀ ਨੂੰ ਹੋਰ ਜ਼ਿਆਦਾ ਧਾਰਮਿਕ ਜਾਪਣ ਵਾਲੀ ਬਣਾਉਣ ਵਿੱਚ ਇਹ ਉਸ ਤੋਂ ਘੱਟ ਸੱਚੀ ਗੱਲ ਬਣ ਜਾਂਦੀ ਹੈ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਭਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਦੋਸਤੋ, ਅੱਜ ਅਸੀਂ ਮੱਤੀ ਦੀ ਅੰਜੀਲ ਦੇ ਵਿੱਚੋਂ ਇਸ ਦੇ 5ਵੇਂ ਅਧਿਆਇ ਦੀ 33 ਆਇਤ ਤੋਂ ਲੈ ਕੇ 37 ਆਇਤ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰ ਰਹੇ ਸੀ। ਇਸ ਦੇ ਵਿੱਚ ਪ੍ਰਭੂ ਯਿਸੂ ਜੀ ਸਾਨੂੰ ਝੂਠੀ ਸਹੁੰ ਨਾ ਖਾਣ ਬਾਰੇ ਸਿਖਾ ਰਹੇ ਸਨ। ਬਾਈਬਲ ਬਾਣੀ ਵਿੱਚੋਂ ਅਸੀਂ ਸਿੱਖਿਆ ਕਿ ਸਹੁੰ ਨਾ ਖਾਣ ਦਾ ਅਰਥ ਹੈ ਕਿ ਤੁਹਾਡੇ ਬੋਲਣ ਵਿੱਚ ਹਾਂ ਦਾ ਮਤਲਬ ਹਾਂ ਅਤੇ ਨਾ ਦਾ ਮਤਲਬ ਨਾ ਹੀ ਹੋਵੇ। ਇਸ ਦਾ ਮਤਲਬ ਹੈ ਆਪਣੇ ਬੋਲਣ ਦੇ ਦੁਆਰਾ ਸਿਰਫ ਸੱਚਾਈ ਦਾ ਹੀ ਬਿਆਨ ਕਰਨਾ ਅਤੇ ਧੋਖਾ ਨਾ ਦੇਣਾ ਹੈ। ਆਓ ਪ੍ਰਾਰਥਨਾ ਕਰੀਏ। ਸਾਡੇ ਮਹਾਨ ਪਰਮੇਸ਼ਵਰ, ਅਸਮਾਨ ਔਰ ਜ਼ਮੀਨ ਨੂੰ ਬਣਾਉਣ ਵਾਲੇ ਪਰਮੇਸ਼ਵਰ, ਖਰਾਈ ਦੇ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇੱਕ ਵਾਰ ਫਿਰ ਤੋਂ ਕਿ ਤੁਸੀਂ ਸਾਨੂੰ ਅੱਜ ਮੌਕਾ ਦਿੱਤਾ ਪ੍ਰਭੂ ਕਿ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਬੈਠ ਕੇ ਤੁਹਾਡੀ ਬਾਣੀ ਵਿੱਚੋਂ ਪ੍ਰਭੂ ਆਸ਼ੀਸ਼ਾਂ ਨੂੰ ਪ੍ਰਾਪਤ ਕਰ ਸਕੀਏ, ਤੁਹਾਡੇ ਵਚਨਾਂ ਨੂੰ ਸਿੱਖ ਕੇ ਆਤਮਿਕ ਲਾਭ ਹਾਸਿਲ ਕਰ ਸਕੀਏ। ਪ੍ਰਭੂ ਜੀ, ਅੱਜ ਅਸੀਂ ਤੁਹਾਡੇ ਵਚਨ ਦੇ ਵਿੱਚੋਂ ਝੂਠੀ ਸਹੁੰ ਨਾ ਖਾਣ ਬਾਰੇ ਸਿੱਖਿਆ। ਇਸ ਦੇ ਵਿੱਚੋਂ ਸਾਨੂੰ ਸਿੱਖਿਆ ਮਿਲੀ ਕਿ ਸਾਡੀ ਗੱਲ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ। ਪਿਤਾ ਪਰਮੇਸ਼ਵਰ, ਤੁਹਾਡਾ ਚਰਿੱਤਰ ਸਾਡੇ ਵਿੱਚ ਵਾਸ ਕਰਦਾ ਹੈ। ਇਸ ਕਰਕੇ ਪਿਤਾ ਪਰਮੇਸ਼ਵਰ, ਤੁਸੀਂ ਸਾਨੂੰ ਹਿੰਮਤ ਅਤੇ ਤਾਕਤ ਦਿਓ ਤਾਂ ਕਿ ਸਾਡੀ ਗੱਲ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਏ। ਪਿਤਾ, ਅਸੀਂ ਪਿਤਾ ਪਰਮੇਸ਼ਵਰ ਦੋਹਰੇ ਚਰਿੱਤਰ ਤੋਂ ਬਚੀਏ, ਬਲਕਿ ਆਪਣੀ ਹਰ ਗੱਲ ਦੇ ਵਿੱਚ ਪ੍ਰਭੂ ਜੀ ਤੁਹਾਡਾ ਪ੍ਰਤੀਨਿਧਿਤਵ ਕਰੀਏ। ਧੰਨਵਾਦ ਕਰਦੇ ਪਿਤਾ ਪਰਮੇਸ਼ਵਰ ਅੱਜ ਦੇ ਇਸ ਅੱਛੇ ਵਚਨ ਵਾਸਤੇ। ਪਿਆਰੇ ਪਿਤਾ ਪਰਮੇਸ਼ਵਰ, ਸਾਡੇ ਸਾਰੇ ਦਰਸ਼ਕਾਂ ਨੂੰ ਜਿਨ੍ਹਾਂ ਨੇ ਇਹ ਵਚਨ ਨੂੰ ਸੁਣਿਆ ਹੈ ਉਹਨਾਂ ਨੂੰ ਬੜੀ ਆਸ਼ੀਸ਼ ਤੇ ਬਰਕਤ ਦਿਓ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਦੋਸਤੋ, ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੇ। ਤਦ ਤੱਕ ਦੇ ਲਈ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।